ਦੁਨੀਆ ਜਹਾਨ ਦੇ ਵਿੱਚ ਮੌਜੂਦ ਰੱਬ ਦੀ ਬਣਾਈ ਹੋਈ ਕਿਸੇ ਵੀ ਨਿਮਤ ਦਾ ਬੰਦਾ ਸ਼ੁਕਰ ਨਹੀਂ ਅਦਾ ਕਰ ਸਕਦਾ, ਲੇਕਿਨ ਸਿਹਤ ਤੰਦਰੁਸਤੀ ਆਧਾਰ ਨਿਮਤ ਹੈਗੀ। ਇਸ ਗੱਲ ਦਾ ਵੀ ਉਦੋਂ ਹੀ ਪਤਾ ਲੱਗਦਾ ਜਦੋਂ ਬੰਦਾ ਹਸਪਤਾਲਾਂ ਦੇ ਵਿੱਚ ਆ ਕੇ ਸਿਹਤ ਦੇ ਪਿੱਛੇ ਜ਼ਲੀਲ ਹੁੰਦਾ ਫਿਰਦਾ ਹੈ। ਖੈਰ ਪਾਕ ਪਤਨ ਤੇ ਜਾਕਤ ਦੀ ਅੱਜ ਗੱਲ ਸ਼ੁਰੂ ਹੁੰਦੀ ਹੈ 3 ਵਜੇ ਪਿਛਲੇ ਟਾਈਮ ਆ ਸਵਾਦੀ ਜੇ ਚਮਕਦੇ ਹੋਏ ਚਿਲਕਦੇ ਹੋਏ ਕੱਪੜੇ ਪਾਵਣ ਤੋਂ ਉਸ ਤੋਂ ਬਾਅਦ ਮੈਂ ਫੜਿਆ ਕੰਗੀ ਸ਼ੀਸ਼ਾ। ਕੰਗੀ ਨੂੰ ਮੈਂ ਕਿਹਾ ਤੂੰ ਹੁਣ ਆਪਣਾ ਕਮਾਲ ਵਿਖਾ, ਮੈਂ ਆਪਦੀ ਸ਼ਕਲ ਮੁਬਾਰਕ ਵੇਖਣਾ। ਥੋੜੀ ਦੇਰ ਕੰਗੀ ਕੁੰਗੀ ਕਰਨ ਤੋਂ ਬਾਅਦ ਮੈਂ ਪੋਲਾ ਰਿਲਕ ਪਿਆ ਬਾਹਰ ਵਾਲੀ ਸਾਈਡ ਤੇ। ਇਸ ਮੋਟਰਸਾਈਕਲ ਉੱਤੇ ਬੈਠਾ ਪਿੱਛੇ ਬਿਠਾਇਆ ਯਾਰ ਨੂੰ ਮੋਟਰਸਾਈਕਲ ਨੂੰ ਮਾਰੀ ਕਿੱਕ ਕਹਿੰਦਾ ਮਰੋੜਿਆ ਕੰਨ ਤੇ ਆ ਦਰਖਤਾਂ ਦੇ ਵਿਚਲੇ ਸਾਨੂੰ ਲੰਘਦੀ ਆ ਸੜਕ ਦੇ ਉੱਤੇ ਮੋਟਰਸਾਈਕਲ ਪੋਲਾ ਕੜਕਾ ਛੱਡਿਆ ਅੱਡਾ ਚੌਥੀ ਪੁਲੀ ਵਾਲੀ ਸਾਈਡ ਤੇ। ਆ ਸਾਹਮਣੇ ਬੇਲੀ ਡੰਗਰਾਂ ਨੂੰ ਲੈ ਕੇ ਜਾਂਦਾ ਪਿਆ ਸੀ ਉਹ ਸੁੱਕੀ ਨਹਿਰ ਦੇ ਉੱਤੇ ਜਿੱਥੇ ਇਹਨੇ ਤਾਰੀ ਲਵਾਣੀ ਸੀ ਡੰਗਰਾਂ ਨੂੰ। ਆਖਰਕਾਰ ਇਹਨੂੰ ਵੇਂਦੇ ਵਿਖਾਉਂਦੇ ਮੈਂ ਪਹੁੰਚ ਗਿਆ ਅੱਡਾ ਚੌਥੀ ਪੁਲੀ ਦੇ ਉੱਤੇ। ਯਾਰ ਨੂੰ ਮੈਂ ਕਿਹਾ ਖੁਦਾ ਹਾਫਿਜ਼ ਤੋਂ ਪਹੁੰਚ ਘਰ ਤੇ ਮੈਂ ਇੱਥੇ ਇੰਤਜ਼ਾਰ ਕਰਦਾ ਕਰਾਂਦਾ ਆਪੇ ਬੱਸ ਤੇ ਬਹਿ ਕੇ ਪਹੁੰਚ ਜਾਵਾਂਗਾ। ਜਾਣਾ ਮੈਂ ਕਿੱਥੇ ਸੀ? ਮਿੰਟ ਗੁਮਰੀ ਆਲ ਮਰੂਫ ਸਾਈਵਾਲ, ਜਿਹਨੂੰ ਹੁਣ ਅੱਜ ਕੱਲ ਸਾਈਵਾਲ ਕਿਹਾ ਜਾਂਦਾ। ਬੱਸ ਦਾ ਇੰਤਜ਼ਾਰ ਕੀਤਾ 2 ਤੋਂ 3 ਮਿੰਟ, ਬੱਸ ਤਾਂ ਨਹੀਂ ਮਿਲੀ ਲੇਕਿਨ ਹਾਈਐਸ ਆ ਗਈ। ਮੈਂ ਵੀ ਬਹਿ ਗਿਆ ਉਹਦੇ ਵਿੱਚ ਹੱਥ ਕਰਕੇ ਤੇ ਮੈਂ ਕਿਹਾ ਲੈ ਵੀ ਪਹੁੰਚ ਤੇ ਸਾਈਵਾਲ ਜਾਣਾ ਹੀ ਹੈ। ਆਖਰਕਾਰ ਢਲਦੇ ਸੂਰਜ ਦਾ ਮੰਜ਼ਰ ਵੇਖਦੇ ਵਿਖਾਉਂਦੇ ਤੇ ਨਾਲ ਹੀ ਇਸ ਰਸਤਿਆਂ ਤੋਂ ਲੰਘਦਿਆਂ ਲਗਾਉਂਦੇ ਅਸੀਂ ਅੱਡਾ ਕਮੀਰ ਨੂੰ ਕ੍ਰਾਸ ਕੀਤਾ। ਤਕਰੀਬਨ 10 ਤੋਂ 15 ਮਿੰਟਾਂ ਬਾਅਦ ਅਸੀਂ ਇਸ ਡੀਪੂ ਦੇ ਅੱਗੋਂ ਲੰਘੇ ਜਿੱਥੇ ਖਲੋਤੇ ਹੋਏ ਟਰੱਕ ਡੀਪੂ ਦੇ ਹੁਸਨ ਨੂੰ ਮਜ਼ੀਦ 4 ਚੰਨ ਲਾਈ ਖੜੇ ਸੀ। ਵੈਸੇ ਤਾਂ ਪਾਕਿਸਤਾਨੀ ਜਿੰਨੇ ਵੀ ਡਰਾਈਵਰ ਹੈਗੇ ਨੇ ਇਹ ਪਾਕਿਸਤਾਨ ਦੇ ਵਿੱਚ ਮੌਜੂਦ ਸਿੰਗਰਾਂ ਦੀ ਚਾਚੀ ਨਸੀਬਤ ਤੋਂ ਇਲਾਵਾ ਕੋਈ ਵੀ ਗਾਣਾ ਨਹੀਂ ਸੁਣਦੇ, ਲੇਕਿਨ ਆ ਜਿਹੜਾ ਹਾਈ ਐਸ ਲੱਗਾ ਸੀ ਕਿਸੇ ਵੀ ਗਾਣੇ ਨੂੰ ਨਹੀਂ ਚਲਾ ਕੇ ਜਾ ਰਿਹਾ ਸੀ। ਪਤਾ ਨਹੀਂ ਜਾਂ ਤਾਂ ਇਹਦੀ ਟੇਪ ਖਰਾਬ ਸੀ ਤੇ ਜਾਂ ਵੈਸੇ ਬੰਦਾ ਸ਼ਰੀਫ ਸੀ। ਆਖਰਕਾਰ ਤਕਰੀਬਨ ਅੱਧਾ ਘੰਟਾ ਸਫ਼ਰ ਜਾਰੀ ਸਾਰੀ ਰੱਖਣ ਤੋਂ ਬਾਅਦ ਮੈਂ ਐਂਟਰੀ ਮਾਰੀ ਮਿੰਟ ਗੁਮਰੀ ਆਲ ਮਰੂਫ ਸਾਈਵਾਲ। ਇੱਥੇ ਆ ਕੇ ਮੈਂ ਜਵਾਨ ਫਲਾਈਂਗ ਕੋਚ ਨੂੰ ਕਿਹਾ ਅੱਲਾ ਹਾਫਿਜ਼ ਤੂੰ ਹੁਣ ਜਾ, ਮੇਰਾ ਸਫ਼ਰ ਤੇਰੇ ਨਾਲ ਸਿਰਫ ਇੱਥੋਂ ਤੱਕ ਹੀ ਹੈਗਾ ਸੀ। ਇੱਥੇ ਇੰਤਜ਼ਾਰ ਕਰ ਰਹੇ ਸੀ ਮੇਰੇ ਮਾਮੂ ਜੀ ਜਿਨ੍ਹਾਂ ਨੇ ਮੈਨੂੰ ਮੇਨ ਡੈਸਟੀਨੇਸ਼ਨ ਤੇ ਲੈ ਕੇ ਜਾਣਾ ਸੀ। ਮੇਰੀ ਲੋਕੇਸ਼ਨ ਦੇ ਵਾਸਤੇ ਮਾਮੂ ਜੀ ਦੇ ਮਗਰ ਮੈਂ ਬੈਠ ਗਿਆ ਤੇ ਆਖਰਕਾਰ ਅਸੀਂ ਸਾਈਵਾਲ ਦੀ ਇਸ ਬਾਰਡਰ ਲਾਈਨ ਮਤਲਬ ਪੁਲ ਤੇ ਸਫ਼ਰ ਆਪਣਾ ਸ਼ੁਰੂ ਕਰ ਦਿੱਤਾ। ਇਸ ਸਾਈਵਾਲ ਦੀ ਪੁਲ ਦੇ ਥੱਲੋਂ ਰੇਲਵੇ ਲਾਈਨ ਵੀ ਗੁਜ਼ਰ ਰਹੀ ਹੈ ਤੇ ਨਾਲ ਨਹਿਰ ਵੀ ਗੁਜ਼ਰ ਰਹੀ ਹੈ ਜਿਹਨੂੰ ਸਾਈਵਾਲ ਦੀ ਵੱਡੀ ਨਹਿਰ ਆਖਿਆ ਜਾਂਦਾ ਹੈ। ਇਹ ਤੋਂ ਯਾ ਸੀ ਸਾਈਵਾਲ ਦੇ ਵਿੱਚ ਅਗਾ ਇੰਟਰ ਹੋਏ ਪੁਲ ਲੰਘਦਾ ਸਾਰੀ ਸਾਨੂੰ ਅਜ਼ਾਨ ਹਾਈਟ ਨਜ਼ਰ ਆ ਗਿਆ ਜਿੱਥੇ ਬਹੁਤ ਬੜੇ ਟਿਕਟੋਕਰਾਂ ਨੇ ਆਪਣੀਆਂ ਮੋਬਾਈਲ ਸ਼ਾਪਸ ਓਪਨ ਕੀਤੀਆਂ ਹੋਈਆਂ ਨੇ। ਨਾਲ ਟਿਕਟੋਕ ਤੇ ਵੀ ਮਾਲੂ ਛਾਪਦੇ ਪਏ ਨੇ ਤੇ ਨਾਲ ਉਹਨਾਂ ਨੇ ਮੋਬਾਈਲ ਸ਼ਾਪਸ ਵੀ ਮਾਲੂ ਛਾਪਣ ਦਾ ਜ਼ਿੰਮਾ ਚਾਇਆ ਹੋਇਆ ਹੈ। ਆਖਰਕਾਰ ਇਹਨਾਂ ਟਿਕਟੋਕਰਾਂ ਦੀ ਦੁਕਾਨਾਂ ਦੇ ਕੋਲੋਂ ਲੰਘਦੇ ਲਗਾਉਂਦੇ ਇਸ ਘੋੜੇ ਵਾਲੇ ਸਟੈਚੂ ਦੇ ਨਾਲੋਂ ਅਸੀਂ ਮੋਟਰਸਾਈਕਲ ਟਰਨ ਕਰ ਛੱਡੀ ਫੈਸਲਾਬਾਦ ਰੋਡ ਦੇ ਉੱਤੇ ਜਿੱਥੇ ਤਕਰੀਬਨ 3 ਤੋਂ 4 ਮਿੰਟ ਲੱਗਣੇ ਸੀ ਸਾਡੇ ਕਾਲਜ ਚੌਕ ਪਹੁੰਚਣ ਲੱਗਿਆ। ਆਖਰਕਾਰ 3 ਮਿੰਟ ਤੋਂ ਬਾਅਦ ਅਸੀਂ ਕਾਲਜ ਚੌਕ ਤੋਂ ਟਰਨ ਲਿਆ ਤੇ ਕਾਲਜ ਚੌਕ ਦੇ ਨਾਲ ਵੀ ਬੇਲੀਓ ਸਾਡੀਆਂ ਬੜੀਆਂ ਯਾਦਾਂ ਵਾਬਸਤਾ ਨੇ। ਤਕਰੀਬਨ 2 ਤੋਂ 3 ਸਾਲ ਇੱਥੇ ਅਕੈਡਮੀ ਵੀ ਜੁਆਇਨ ਕੀਤੀ ਰੱਖੀ ਹੈ ਸਟੈਨੋਗ੍ਰਾਫਰ ਦਾ ਕੋਰਸ ਕਰਨ ਲਈ ਤੇ ਨਾਲ ਹੀ ਇੱਥੇ ਗ੍ਰੈਜੂਏਸ਼ਨ ਦੇ ਐਗਜ਼ਾਮਸ ਵੀ ਆ ਕੇ ਮੈਂ ਦੇ ਰਿਹਾ ਸੀ। ਆ ਜਿਹੜੇ ਕਾਲਜ ਦੇ ਤੁਹਾਨੂੰ ਦੀਵਾਰ ਟੁੱਟੀ ਹੋਈ ਨਜ਼ਰ ਆ ਰਹੀ ਹੈ ਇਸ ਕਾਲਜ ਦੇ ਵਿੱਚ ਆ ਕੇ ਮੈਂ ਪੇਪਰ ਦਿੱਤੇ ਹੋਏ ਨੇ ਆਪਣੇ ਗ੍ਰੈਜੂਏਸ਼ਨ ਕੰਪਲੀਟ ਕਰਨ ਦੇ ਵਾਸਤੇ। ਤੇ ਆਖਿਰਕਾਰ ਮੇਨ ਡੈਸਟੀਨੇਸ਼ਨ ਸਾਡੀ ਹੈਗੀ ਸੀ ਸਾਈਵਾਲ ਟੀਚਿੰਗ ਹਸਪੀਟਲ ਜਿਹਨੂੰ ਅਲ ਮਰੂਫ ਸਿਵਲ ਹਸਪਤਾਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਆਖਿਰਕਾਰ ਇਹਨਾਂ ਰਾਵਾਂ ਦੇ ਉੱਤੋਂ ਲੰਘਦਿਆਂ ਲਗਾਉਂਦਾ ਮੈਂ ਐਂਟਰ ਹੋ ਗਿਆ ਸਾਈਵਾਲ ਟੀਚਿੰਗ ਹਸਪਤਾਲ ਦੇ ਵਿੱਚ ਤੇ ਦੁਆ ਮੇਰੀ ਬੇਲੀ ਹੋਈ ਹੈਗੀ ਕਿ ਅੱਲਾਹ ਪਾਕ ਸਾਰੇ ਦੇ ਵੱਡਿਆਂ ਦਾ ਸਾਇਆ ਵੀ ਸਲਾਮਤ ਰੱਖੇ ਤੇ ਅੱਲਾਹ ਪਾਕ ਹਰ ਕਿਸੇ ਨੂੰ ਸਿਹਤ ਤੇ ਤੰਦਰੁਸਤੀ ਦੇਵੇ। ਮੇਰੇ ਵਾਲਿਦ ਮੋਹਤਰਮ ਇੱਥੇ ਐਡਮਿਟ ਹੈਗੇ ਨੇ, ਉਹਨਾਂ ਦੀ ਤਬੀਅਤ ਕੁਛ ਨਾਸਾਜ਼ ਹੈਗੀ, ਤੁਸੀਂ ਉਹਨਾਂ ਦੇ ਵਾਸਤੇ ਵੀ ਦੁਆ ਕਰਨੀ ਹੈ ਜਿੱਥੇ ਤੁਸੀਂ ਵੀਡੀਓ ਵੇਖਦੇ ਪਓ। ਅਗਲਾ ਹੁਣ ਮੇਰਾ ਮਿਸ਼ਨ ਹੈਗਾ ਸੀ ਸਭ ਤੋਂ ਪਹਿਲੇ ਵਾਰਡ ਦੀ ਲੋਕੇਸ਼ਨ ਸਰਚ ਕਰਕੇ ਤੇ ਵਾਲਦ ਸਾਹਿਬ ਦੇ ਕੋਲ ਪਹੁੰਚਣ ਦਾ। ਆਖਿਰਕਾਰ ਮਾਮੂ ਜੀ ਮੇਰੇ ਨਾਲ ਹੈਗੇ ਸੀ। ਮਾਮੂ ਜੀ ਨੇ ਮੈਨੂੰ ਕਿਹਾ ਕਿ ਫਲਾਂ ਵਾਰਡ ਦੇ ਵਿੱਚ ਪਹੁੰਚ ਜਾ, ਉੱਥੇ ਤੇਰੇ ਅੱਬੂ ਜੀ ਮੌਜੂਦ ਨੇ। ਆਨੇ ਜੀ ਮੇਰੇ ਵਾਲਿਦ ਮੋਹਤਰਮ ਤੁਸੀਂ ਦਿਲੋਂ ਹੋ ਕੇ ਦੁਆ ਕਰਨੀ ਅੱਲਾਹ ਪਾਕ ਇਹਨਾਂ ਨੂੰ ਸਿਹਤ ਦੇਵੇ। ਇਮਾਮ ਜ਼ੈਨੁਲ ਆਬਦੀਨ ਦੀ ਬਿਮਾਰੀ ਦਾ ਸਦਕਾ ਅੱਲਾਹ ਪਾਕ तमाम ਬਿਮਾਰਾਂ ਨੂੰ ਸ਼ਿਫਾਏ ਕੁੱਲੀ ਅਤਾ ਫਰਮਾਵੇ। ਸਾਡੀ ਦਿਲੀ ਦੁਆ ਹੈ ਤੇ ਕਿਸੇ ਦੇ ਸਦਕਾ ਅੱਲਾਹ ਪਾਕ ਸਾਡੀ ਵੀ ਮੁਸ਼ਕਲਾਂ ਨੂੰ ਟਾਲੇ। ਤੁਹਾਨੂੰ ਪਤਾ ਹਸਪਤਾਲ ਦੇ ਵਿੱਚ ਕੋਈ ਵੀ ਬੰਦਾ ਸ਼ੌਕੀਆ ਤੇ ਨਹੀਂ ਆਂਦਾ, ਲਿਹਾਜ਼ਾ ਵਾਲਿਦ ਮੋਹਤਰਮ ਨਾਲ ਸਲਾਮ ਦੁਆ ਕਰਨੇ ਤੋਂ ਬਾਅਦ ਮੈਨੂੰ ਛੋਟੇ ਭਾਈ ਮੁਹੰਮਦ ਸਾਦ ਸਾਹਿਬ ਨੇ ਕਿਹਾ ਕਿ ਤੈਨੂੰ ਨਰਸਿੰਗ ਸਟਾਫ ਦਾ ਕਮਰਾ ਵੀ ਵਿਖਾ ਦੇਵਾਂ ਤੇ ਇਸ ਤੋਂ ਬਾਅਦ ਡਾਕਟਰ ਰੂਮ ਵੀ ਵਿਖਾ ਦੇਵਾਂ। ਅਸੀਂ ਵੇਖਣ ਚਲੇ ਗਏ ਉਹ ਜਿਨ੍ਹਾਂ ਦੀ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਕਿਸੇ ਟਾਈਮ ਵੀ ਜ਼ਰੂਰਤ ਪੈ ਸਕਦੀ ਸੀ। ਆਖਿਰਕਾਰ ਵਾਰਡ ਦੇ ਅੰਦਰ ਬਾਕੀ ਵੀ ਇਰਦ ਗਿਰਦ ਮਰੀਜ਼ ਬਹੁਤ ਹੀ ਮੌਜੂਦ ਸੀ। ਵੀਡੀਓ ਰਿਕਾਰਡ ਕਰਨ ਦਾ ਨਾ ਕੋਈ ਇੰਨਾ ਟਾਈਮ ਹੁੰਦਾ ਤੇ ਨਾ ਹੀ ਬੰਦਾ ਹਸਪਤਾਲਾਂ ਦੇ ਵਿੱਚ ਵੀਡੀਓ ਰਿਕਾਰਡ ਕਰਨ ਆਉਂਦਾ। ਤਕਰੀਬਨ 12:30 ਜਾ ਕੇ ਮੈਨੂੰ ਨੀਂਦ ਨੇ ਬਹੁਤ ਜ਼ਿਆਦਾ ਹੀ ਗਲਬਾ ਦਿੱਤਾ। ਮੈਂ ਮੋਬਾਈਲ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਇੱਥੇ ਆ ਕੇ ਮੋਬਾਈਲ ਬੰਦਾ ਘੱਟ ਚਲਾਉਂਦਾ, ਸਿਰਫ ਔਰ ਸਿਰਫ ਮਰੀਜ਼ ਦੇ ਵਾਸਤੇ ਬੰਦਾ ਮੌਜੂਦ ਹੁੰਦਾ ਹੈ। ਖੈਰ ਤੁਸੀਂ ਜਿੱਥੋਂ ਵੀਡੀਓ ਵੇਖਦੇ ਪਏ तमाम ਬਿਮਾਰਾਂ ਦੇ ਵਾਸਤੇ ਦੁਆ ਤੁਸੀਂ ਕਰਦੇ ਰਹਿਣਾ। ਅੱਲਾਹ ਪਾਕ ਕਿਸੇ ਨੂੰ ਵੀ ਹਸਪਤਾਲਾਂ ਦੇ ਚੱਕਰ ਨਾ ਕਢਾਵੇ ਤੇ ਕਿਸੇ ਦੇ ਸਦਕੇ ਅੱਲਾਹ ਪਾਕ ਸਾਡੀ ਉਹ ਮੁਸ਼ਕਲ ਨੂੰ ਟਾਲੇ। ਆਖਿਰਕਾਰ 12:15 ਵਾਲੇ ਨੀਂਦ ਦੇ ਝਟਕੇ ਤੋਂ ਮੈਨੂੰ ਛੁਟਕਾਰਾ ਮਿਲਿਆ ਮੋਬਾਈਲ ਚਲਾਉਣ ਦੇ ਨਾਲ ਤੇ ਥੋੜਾ ਬਹੁਤਾ ਮੂੰਹ ਤੇ ਬਾਰ-ਬਾਰ ਪਾਣੀ ਦਾ ਛੱਟਾ ਮਾਰਨ ਦੇ ਨਾਲ। ਉਸ ਤੋਂ ਬਾਅਦ ਹੁਣ ਟਾਈਮ ਹੋ ਗਿਆ ਸੀ ਤਕਰੀਬਨ 2:50 ਦਾ। 3 ਵਜੇ ਦੇ ਕਰੀਬ ਟਾਈਮ ਹੈਗਾ ਸੀ। ਨੀਂਦ ਨੇ ਕਿਹਾ ਲੈ ਵੀ ਹੁਣ ਫਿਰ ਮੈਂ ਆ ਗਈ ਹਾਂ। ਹੁਣ ਕਦੀ ਮੈਂ ਚਹਿਲ ਕਦਮੀ ਕਰਦਾ ਸੀ ਤੇ ਕਦੀ ਮੈਂ ਮੂੰਹ ਤੇ ਛੱਟਾ ਮਾਰਦਾ ਸੀ ਤੇ ਕਦੀ ਮੋਬਾਈਲ ਚਲਾਉਂਦਾ ਸੀ, ਲੇਕਿਨ ਨੀਂਦ ਨੇ ਕਿਹਾ ਨਹੀਂ ਕਿਸੇ ਸੂਰਤ ਵੀ ਨਹੀਂ, ਜਿੰਨੀ ਦੇਰ ਚਾਹ ਨਹੀਂ ਪੀਵੇਂਗਾ ਮੈਂ ਕਿਤੇ ਵੀ ਨਹੀਂ ਜਾਣਾ।
ਆਖਰਕਾਰ ਮੈਂ ਪਹੁੰਚਿਆ ਇਸ ਭਾਈ ਸਾਹਿਬ ਦੇ ਕੋਲ ਜਿਹੜਾ ਉਬਾਲੇ ਮਾਰਦੀ ਹੋਈ ਚਾਹ ਦੇ ਵਿੱਚ ਪੌਣੀ ਮਾਰਦਾ ਫਿਰਦਾ ਸੀ ਤੇ ਇਹਨੂੰ ਮੈਂ ਲਾਇਆ ਆਰਡਰ ਇਹਦੇ ਕੋਲ ਲਈ ਹੈਗੀ ਚਾਹ ਤੇ ਨਾਲ ਵਾਲੀ ਕੈਂਟੀਨ ਤੋਂ ਫੜਿਆ ਇਨੋਵੇਟਿਵ ਦਾ ਇੱਕ ਬਿਸਕਟ ਪੋਲੇ ਬਿਸਕਟ ਵਿੱਚ ਚਾਹ ਦੇ ਡਬੋ ਕੇ ਅੰਦਰ ਵਾਲੀ ਸਾਈਡ ਕੜਕਾਏ ਤੇ ਮੈਨੂੰ ਥੋੜਾ ਬਹੁਤਾ ਜਿੰਦੀ ਵਜ੍ਹਾ ਤੋਂ ਸਕੂਨ ਮਿਲਿਆ। ਚਾਹ ਤੇ ਬਿਸਕਟ ਖਾਣ ਤੋਂ ਬਾਅਦ ਮੈਂ ਫਿਰ ਵਾਪਸੀ ਆ ਗਿਆ ਵਾਰ ਦੇ ਵਿੱਚ, ਜਿੱਥੇ ਆ ਕੇ ਵੇਖਿਆ ਤੇ ਤਕਰੀਬਨ ਰਾਤ ਨਾਈਟ ਸ਼ਿਫਟ ਵਾਲੇ ਡਾਕਟਰਸ ਹਜ਼ਰਾਤ ਦਾ ਦੂਸਰਾ ਰਾਉਂਡ ਚੱਲਦਾ ਪਿਆ ਸੀ। ਡਾਕਟਰ ਸਾਹਿਬ ਹੁਣ ਮੈਡੀਸਨ ਵਗੈਰਾ ਲਾ ਰਹੇ ਸੀ। ਰਿਕਾਰਡ ਤਾਂ ਮੈਂ ਇੱਥੇ ਕਲਿੱਪ ਵਗੈਰਾ ਨਹੀਂ ਕਰ ਸਕਿਆ, ਲੇਕਿਨ ਉਸ ਤੋਂ ਬਾਅਦ ਫ੍ਰੀ ਹੋਇਆ। ਫਿਰ ਮੈਂ ਪਕੜੀ ਕਾਰ ਦੀ ਚਾਬੀ ਤੇ ਮੈਂ ਪਹੁੰਚ ਆਇਆ ਗੱਡੀ ਦੇ ਵਿੱਚ, ਜਿੱਥੇ ਆ ਕੇ ਹੁਣ ਰੈਸਟ ਕਰਨੀ ਸੀ। ਅੰਮੀ ਜੀ ਨੂੰ ਮੈਂ ਉਠਾ ਦਿੱਤਾ ਕਿ ਤੁਸੀਂ ਹੁਣ ਥੋੜੀ ਦੇਰ ਰੈਸਟ ਕਰ ਲਈ ਹੈ ਤੇ ਹੁਣ ਮੈਨੂੰ ਰੈਸਟ ਕਰ ਲੈਣ ਦਿਓ, ਕਿਉਂਕਿ ਦਿਨ ਵੀ ਹੋ ਚੱਲਿਆ ਤੇ ਮੈਂ ਥੋੜੀ ਬਹੁਤ 2-2.5 ਘੰਟੇ ਸੌ ਲਵਾਂ। ਆਖਰਕਾਰ ਗੱਡੀ ਦੀ ਸੀਟ ਨੂੰ ਪਾਇਆ ਲੰਮਿਆਂ ਤੇ ਉੱਤੇ ਮੈਂ ਆਪ ਲੰਮਾ ਪੈ ਗਿਆ। ਤਕਰੀਬਨ 2 ਘੰਟੇ ਜੇ ਮੈਂ ਸੁੱਤਾ ਸੀ ਤੇ ਪਿੱਛੇ ਫਿਰ ਮੈਨੂੰ ਕਾਲ ਆ ਗਈ ਕਿ ਉਹਨਾਂ ਦੀ ਤਬੀਅਤ ਖਰਾਬ ਹੋ ਗਈ, ਅੱਬੂ ਜੀ ਦੀ ਸਾਂਸ ਦਾ ਮਸਲਾ ਬਣ ਗਿਆ, ਲਿਹਾਜ਼ਾ ਜਲਦੀ ਵਾਰਡ ਦੇ ਵਿੱਚ ਪਹੁੰਚ ਕੇ ਮੈਂ ਪਹੁੰਚ ਗਿਆ ਨਰਸਿੰਗ ਸਟਾਫ ਦੇ ਕੋਲ, ਜਿੱਥੇ ਜਾ ਕੇ ਉਹਨਾਂ ਨੂੰ ਇੰਜੈਕਸ਼ਨ ਵਗੈਰਾ ਤਾਂ ਮੈਂ ਰਿਕੁਐਸਟ ਕੀਤੀ। ਇੰਜੈਕਸ਼ਨ ਲੱਗਣ ਦੇ ਨਾਲ ਤਬੀਅਤ ਦੁਬਾਰਾ ਬਹਾਲ ਹੋ ਗਈ। ਅਲਹਮਦੁਲਿਲਾ ਤਬੀਅਤ ਵੀ ਬਿਹਤਰੀ ਦੀ ਤਰਫ ਆ ਰਹੀ ਸੀ ਤੇ ਮੈਂ ਹੁਣ ਜਾਣਾ ਸੀ ਇੱਕ ਹੋਰ ਕੰਮ ਦੇ ਵਾਸਤੇ। ਕਾਰੀ ਸਾਹਿਬ ਰਾਤ ਗੁਜ਼ਾਰ ਕੇ ਘਰ ਦੁਬਾਰਾ ਫਿਰ ਵਾਪਸੀ ਆ ਗਏ ਸੀ ਤੇ ਇਹਨਾਂ ਨੇ ਪਕੜਾਈ ਮੈਨੂੰ ਮੋਟਰਸਾਈਕਲ। ਤੂੰ ਪਾਣੀ ਪੂਣੀ ਠੰਡਾ ਲੈ ਕੇ ਆ ਮਾਮੂਰਾਂ ਦੇ ਘਰੋਂ ਤੇ ਨਾਲ ਹੀ ਜਾਮੇ ਸ਼ਰੀ ਦਾ ਇੱਕ ਚੰਗਾ ਜਿਹਾ ਗਿਲਾਸ ਵੀ ਬਣਵਾ ਕੇ ਲਿਆ ਅੱਬੂ ਜੀ ਦੇ ਵਾਸਤੇ। ਆਖਿਰਕਾਰ ਮੋਟਰਸਾਈਕਲ ਫੜੀ, ਜਿਹੜੀ ਕਿ ਭਾਈ ਸਾਹਿਬ ਹਰੀ ਉਹ ਪਾਰਕਿੰਗ ਦੇ ਵਿੱਚੋਂ ਕੱਢਦੇ ਪਏ ਨੇ। ਪਾਰਕਿੰਗ ਦੇ ਵਿੱਚੋਂ ਕੱਢ ਕੇ ਮੋਟਰਸਾਈਕਲ ਫੜਾਈ ਤੇ ਜਿਹੜੀ ਕਿ ਪੈਂਚਰ ਨਿਕਲੀ। ਭਾਈ ਸਾਹਿਬ ਦੇ ਕੋਲ ਆ ਗਿਆ, ਟਿਊਬ ਚੇਂਜ ਕਰਵਾਈ, ਇੱਥੋਂ ਆ ਕੇ ਪੈਂਚਰ ਪੁੰਚਰ ਲਵਾਇਆ ਤੇ ਇੱਥੇ ਜੱਟ ਕੀਤਾ ਇੰਤਜ਼ਾਰ। ਫਿਰ ਇਸ ਗਵਰਨਮੈਂਟ ਦੇ ਪ੍ਰੋਜੈਕਟ ਦੇ ਕੋਲੋਂ ਲੰਘਦਾ ਲਗਾਉਂਦਾ ਮੈਂ ਇਸ ਬੀਜੀ ਰੋਡ ਦੇ ਉੱਤੇ ਮੋਟਰਸਾਈਕਲ ਪੋਲੀ ਕੜਕਾ ਛੱਡੀ। ਆਖਿਰਕਾਰ ਤਕਰੀਬਨ 10 ਮਿੰਟਾਂ ਤੋਂ ਬਾਅਦ ਮੈਂ ਇਸ ਹਾਲ ਵਾਂਦੇ ਹੋਏ ਟਰੈਕਟਰ ਦੇ ਸਾਹਮਣੇ ਸਫੇਦ ਘਰ ਦੇ ਵਿੱਚ ਪਹੁੰਚਿਆ, ਜਿੱਥੇ ਮਾਮੂ ਜੀ ਰਹਿੰਦੇ ਨੇ। ਇਹਨਾਂ ਦੇ ਕੋਲ ਆ ਕੇ ਮਿਲਿਆ ਉਸ ਤੋਂ ਬਾਅਦ ਕੀਤਾ ਟਿਕਾ ਕੇ ਨਾਸ਼ਤਾ ਤਗੜਾ ਜਾ, ਕਿਉਂਕਿ ਰਾਤ ਪੂਰੀ ਜਾਗਿਆ ਹੋਇਆ ਸੀ ਮੈਂ। ਨਾਸ਼ਤਾ ਕਰਨ ਤੋਂ ਬਾਅਦ ਮੈਂ ਇਹਨਾਂ ਦੇ ਕੋਲੋਂ ਠੰਡੀ ਪਾਣੀ ਦੀ ਬੋਤਲ ਫੜੀ, ਕਿਉਂਕਿ ਅੱਬੂ ਜੀ ਨੈਸਲੇ ਦਾ ਪਾਣੀ ਪਸੰਦ ਨਹੀਂ ਕਰਦੇ ਪਏ ਸੀ। ਉਹਨਾਂ ਨੇ ਸਿਰਫ ਔਰ ਸਿਰਫ ਘਰ ਦਾ ਪਾਣੀ ਲੈਣਾ ਸੀ, ਇਸ ਤੋਂ ਇਲਾਵਾ ਕੋਈ ਪਾਣੀ ਨਹੀਂ ਉਹ ਤਲਬ ਕਰਦੇ ਪਏ ਸੀ। ਪਾਣੀ ਲਿਆ ਤੇ ਫਿਰ ਮੋਟਰਸਾਈਕਲ ਪਾ ਛੱਡੀ ਹਸਪਤਾਲ ਵਾਲੀ ਸਾਈਡ ਤੇ। ਤਕਰੀਬਨ 10-12 ਮਿੰਟ ਤੋਂ ਬਾਅਦ ਮੈਂ ਪਹੁੰਚਿਆ ਖਾਨ ਸਾਹਿਬ ਦੇ ਕੋਲ, ਜਿਨ੍ਹਾਂ ਦੇ ਕੋਲ ਜਾਮੇ ਸ਼ਰੀ ਬਿਲੰਗੂ ਵਾਲਾ ਪਾਣੀ ਬਣਵਾਇਆ। ਹੁਣ ਅਗਲਾ ਮਿਸ਼ਨ ਹੈਗਾ ਸੀ ਜਲਦੀ ਵਾਰਡ ਦੇ ਵਿੱਚ ਪਹੁੰਚਾਂ, ਕਿਉਂਕਿ ਠੰਡਾ ਪਾਣੀ ਜਿੰਨਾ ਜਲਦੀ ਹੋ ਸਕੇ ਵਾਰਡ ਦੇ ਵਿੱਚ ਲੈ ਕੇ ਜਾਵਾਂ। ਵਾਰਡ ਦੇ ਵਿੱਚ ਪਹੁੰਚਿਆ, ਕੈਮਰੇ ਦੇ ਨਾਲ ਕਲਿੱਪ ਤਾਂ ਮੈਂ ਰਿਕਾਰਡ ਨਹੀਂ ਕਰ ਸਕਿਆ, ਕਿਉਂਕਿ ਮੰਡੇ ਦਾ ਦਿਨ ਸੀ, ਬਿਜ਼ੀ ਚੱਲ ਰਿਹਾ ਸੀ ਬਹੁਤ ਜ਼ਿਆਦਾ ਹਾਲਾਤ। ਗਾਰਡ ਵੀ ਅੰਦਰ ਨਹੀਂ ਜਾਣ ਦੇ ਰਹੇ ਸੀ, ਡਾਕਟਰਾਂ ਦਾ ਵੀ ਸਖਤ ਤਰੀਨ ਰਾਉਂਡ ਹੈਗਾ ਸੀ। ਮੈਂ ਵਾਲਦ ਸਾਹਿਬ ਦੇ ਕੋਲ ਪਹੁੰਚਿਆ, ਉਹਨਾਂ ਨੂੰ ਪਾਣੀ ਵਗੈਰਾ ਦਿੱਤਾ। ਅਲਹਮਦੁਲਿਲਾ ਪਾਣੀ ਵੀ ਉਹਨਾਂ ਨੇ ਪੀਤਾ। ਤਕਰੀਬਨ ਲਗਾਤਾਰ 4-5 ਘੰਟੇ ਵਾਰਡ ਦੇ ਵਿੱਚ ਗੁਜ਼ਾਰੇ। ਉਸ ਤੋਂ ਬਾਅਦ ਤਕਰੀਬਨ ਟਾਈਮ ਹੋ ਗਿਆ ਸੀ 1 ਵਜੇ ਦਾ। 1 ਵਜੇ ਮੈਂ ਬਾਹਰ ਨਿਕਲਿਆ ਤੇ ਕਾਰੀ ਮੁਹੰਮਦ ਮੁਬਸ਼ਰ ਸਾਹਿਬ ਤੇ ਕਾਰੀ ਮੁਹੰਮਦ ਉਮੈਰ ਸਾਹਿਬ ਤੇ ਭਾਈ ਮੁਹੰਮਦ ਉਵੈਸ ਸਾਹਿਬ ਤੇ ਭਾਈ ਮੁਹੰਮਦ ਸਾਦ ਸਾਹਿਬ ਬੈਠੇ ਹੋਏ ਸੀ। ਇਹਨਾਂ ਦੇ ਕੋਲ ਆ ਕੇ ਗੱਪਸ਼ਪ ਲਾਈ। ਜੱਟ ਗੱਪਸ਼ਪ ਕਰਨ ਤੋਂ ਬਾਅਦ ਪਾਣੀ ਪੂਣੀ ਪੀਤਾ। ਪਾਣੀ ਪੂਣੀ ਪੀਣ ਤੋਂ ਬਾਅਦ ਥੋੜੀ ਦੇਰ ਫਿਰ ਬੈਠੇ ਰਹੇ ਛਾਂ ਦੇ ਥੱਲੇ। ਉਸ ਤੋਂ ਬਾਅਦ ਤਕਰੀਬਨ ਇਹਨਾਂ ਨੇ ਵੀ ਆਪਣੇ ਘਰ ਜਾਣਾ ਸੀ, ਦਰਸ ਦੇ ਵਿੱਚੋਂ ਫ੍ਰੀ ਹੋ ਕੇ ਆ ਰਹੇ ਸੀ। ਜਿਹੜੀ ਸਾਈਡ ਤੇ ਜਾ ਰਹੇ ਸੀ ਉਸੇ ਸਾਈਡ ਹੀ ਬੱਸ ਸਟੈਂਡ ਹੈਗਾ ਸਾਈਵਾਲ ਦਾ, ਤੇ ਮੈਂ ਕਹਿ ਲਿਆ ਵੀ ਮੈਨੂੰ ਵੀ ਲਿਫਟ ਮਿਲ ਗਿਆ। ਤਕਰੀਬਨ 20 ਤੋਂ 22 ਘੰਟੇ ਹਸਪੀਟਲ ਦੇ ਵਿੱਚ ਗੁਜ਼ਾਰ ਵੀ ਲੈਣੇ ਤੇ ਵੱਡੇ ਭਾਈ ਸਾਹਿਬ ਵੀ ਉਨੀ ਦੇਰ ਨੂੰ ਆ ਗਏ ਸੀ। ਮੈਂ ਕਿਹਾ ਹੁਣ ਤੁਸੀਂ ਆਪਣੀ ਡਿਊਟੀ ਸੰਭਾਲੋ ਤੇ ਮੈਂ ਘਰ ਜਾਣਾ। ਆਖਿਰਕਾਰ ਇਹਨਾਂ ਰਾਹਾਂ ਦੇ ਉੱਤੋਂ ਲੰਘਦਿਆਂ ਲਗਾਉਂਦਿਆਂ ਸਿਕਰ ਦੁਪਹਿਰ ਕਲਕਦੀ ਹੋਈ ਧੁੱਪ ਦੇ ਵਿੱਚ ਅਸੀਂ ਆ ਮੋਟਰਸਾਈਕਲ ਪਾ ਦਿੱਤੀ ਕਾਲਜ ਚੌਕ ਤੋਂ ਲੰਘਦਿਆਂ ਲਗਾਉਂਦਿਆਂ ਇਸ ਪੁਲ ਵਾਲੀ ਸਾਈਡ ਦੇ ਉੱਤੇ। ਆ ਸਾਹੀਵਾਲ ਦੀ ਉਹ ਮਸ਼ਹੂਰ ਸ਼ਖਸੀਅਤ ਨੇ ਜਿਨ੍ਹਾਂ ਨੇ ਸਾਹੀਵਾਲ ਦਾ ਨਾਮ ਰੋਸ਼ਨ ਕਰਨ ਦੀ ਖਾਤਰ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡੀ, ਬਲਕਿ ਮੁਅਰਖ ਨੇ ਇਹਨਾਂ ਦਾ ਨਾਮ ਸਿਰਫ ਨਾ ਸੁਨਹਿਰੀ ਅਲਫਾਜ਼ ਦੇ ਨਾਲ ਲਿਖਿਆ, ਬਲਕਿ ਅੱਜ ਵੀ ਬੱਚਾ ਇਹਨਾਂ ਨੂੰ ਇਹਨਾਂ ਰੋਸ਼ਨ ਤਸਵੀਰਾਂ ਦੀ ਵਜ੍ਹਾ ਤੋਂ ਦੇਖਦਾ ਫਿਰਦਾ ਹੈ। ਆਖਿਰਕਾਰ ਸਾਹੀਵਾਲ ਦੀ ਇਸ ਜ਼ੀਰੋ ਲਾਈਨ ਮਤਲਬ ਪੁਲ ਨੂੰ ਕ੍ਰਾਸ ਕਰਨ ਤੋਂ ਬਾਅਦ ਮੈਂ ਪਹੁੰਚਿਆ ਇਸ ਅੱਡੇ ਦੇ ਉੱਤੇ, ਜਿੱਥੇ ਭਾਈ ਸਾਹਿਬ ਨੂੰ ਕਿਹਾ ਖੁਦਾ ਹਾਫਿਜ਼। ਭਾਈ ਸਾਹਿਬ ਨੂੰ ਮਿਲਣ ਤੋਂ ਬਾਅਦ ਆ ਨਿਊ ਚੌਧਰੀ ਸਾਹਮਣੇ ਲੱਗੀ ਹੋਈ ਸੀ, ਜਿਨੇ ਮੈਨੂੰ ਮੇਰੇ ਸਟਾਪ ਤੇ ਲੈ ਕੇ ਜਾਣਾ ਸੀ। ਲੋ ਵੀ ਨਿਊ ਚੌਧਰੀ ਦੇ ਵਿੱਚ ਬਹਿ ਕੇ ਮੈਂ ਆਪਣੇ ਸਫ਼ਰ ਦਾ ਦੁਬਾਰਾ ਫਿਰ ਆਗਾਜ਼ ਕਰ ਦਿੱਤਾ। ਘਰ ਵਾਲੀ ਸਾਈਡ ਤੇ ਤਕਰੀਬਨ 25 ਤੋਂ 30 ਮਿੰਟ ਲੱਗੇ, ਕਿਉਂਕਿ ਇਹ ਗੱਡੀ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬੰਦਾ ਜੰਨਤੁਲ ਫਿਰਦੌਸ ਦਾ ਸਫ਼ਰ ਕਰਦਾ ਫਿਰਦਾ ਹੈ। ਇਸ ਗੱਡੀ ਦੇ ਵਿੱਚ ਬਹਿ ਕੇ ਹਰ ਮੁਸਾਫਰ ਹੀ ਕਲਮੇ ਪੜਦਾ, ਜਾਂ ਤੇ ਉਹ ਘਰ ਪਹੁੰਚ ਜਾਂਦਾ ਸਹੀ ਸਲਾਮਤ ਤੇ ਜਾਂ ਫਿਰ ਉਹ ਸਿੱਧਾ ਜੰਨਤੁਲ ਫਿਰਦੌਸ ਪਹੁੰਚ ਜਾਂਦਾ ਸ਼ਹਾਦਤ ਤੋਂ ਬਾਅਦ। ਆਖਿਰਕਾਰ ਅਲਹਮਦੁਲਿਲਾ ਸਹੀ ਸਲਾਮਤ ਖੈਰੋਫੀਅਤ ਦੇ ਨਾਲ ਮੈਂ ਤਕਰੀਬਨ 30 ਤੋਂ 32 ਮਿੰਟ ਦੇ ਵਿੱਚ ਸਟਾਪ ਆਪਣੇ ਤੇ ਉਤਰ ਗਿਆ। ਇਹਨੂੰ ਕਿਹਾ ਖੈਰਬਾਦ। ਇਸ ਤੋਂ ਅੱਗੇ ਦੁਕਾਨ ਦੇ ਉੱਤੇ ਭਾਈ ਸਾਹਿਬ ਮੋਟਰਸਾਈਕਲ ਖੜੀ ਕਰਕੇ ਗਿਆ ਸੀ, ਜਿਹੜੇ ਮੇਰੀ ਜਗ੍ਹਾ ਤੇ ਉੱਤੇ ਹਸਪਤਾਲ ਦੇ ਵਿੱਚ ਹੁਣ ਪਹੁੰਚ ਗਿਆ ਸੀ। ਚਾਬੀ ਉਹਨਾਂ ਨੇ ਮੈਨੂੰ ਹਸਪਤਾਲ ਦੇ ਵਿੱਚ ਹੀ ਦੇ ਦਿੱਤੀ ਸੀ। ਮੈਂ ਇਸ ਦੁਕਾਨ ਦੇ ਉੱਤੇ ਮੋਟਰਸਾਈਕਲ ਚਾਹੀ ਤੇ ਪੋਲਾ ਘਰ ਵਾਲੀ ਸਾਈਡ ਮੋਟਰਸਾਈਕਲ ਨੂੰ ਖੜਕਾ ਛੱਡਿਆ। ਇਹਨਾਂ ਹਸੀਨ ਤਰੀਨ ਰਾਵਾਂ ਦੇ ਉੱਤੇ ਲੰਘਦਿਆਂ ਲਗਾਉਂਦੇ ਤੇ ਗਰਮੀ ਦੇ ਵਿੱਚ ਪਹੁੰਚਿਆ ਮੈਂ ਘਰ ਵਾਲੀ ਸਾਈਡ ਤੇ। ਤੁਹਾਨੂੰ ਵੀ ਲੋਗ ਅੱਜ ਦਾ ਕਿਸ ਤਰ੍ਹਾਂ ਲੱਗਿਆ ਦੁਆਵਾਂ ਦੇ ਵਿੱਚ ਸਾਨੂੰ ਯਾਦ ਰੱਖਿਆ ਜੇ। ਮੇਰੇ ਵਾਲਿਦ ਮੁਹਤਰਮ ਦੇ ਵਾਸਤੇ ਖੁਸੂਸੀ ਦੁਆਵਾਂ ਕਰੇ ਜੇ ਅੱਲਾਹ ਪਾਕ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਦੇਵੇ। ਅੱਲਾਹ ਹਾਫਿਜ਼।